ਵਾਲੇਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਸदैव ਮਜ਼ਦੂਰ ਤੇ ਮੈਂ ਇਰਫਾਨ ਅਲੀ। ਅੱਜ ਦਾ ਅਖਬਾਰ ਜਿਹੜਾ ਹੈ ਉਹਦੇ ਤੋਂ ਦੋ ਤਿੰਨ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ। ਪਹਿਲੀ ਖਬਰ ਤਾਂ ਇਹ ਵੇ, ਕੱਲ ਜਿਹੜਾ ਬੂਰੇਵਾਲਾ ਤੁਸੀਂ ਵੇਖਿਆ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ, ਇੱਕ ਜਵਾਨ ਬੰਦਾ ਜਿਹੜਾ ਇੱਕ ਡੈੱਡ ਬਾਡੀ ਕੋਲ ਪਈ ਹੈ ਸਟ੍ਰੈਚਰ ਤੇ ਉਹ ਗਾਲਾਂ ਕੱਢ ਰਿਹਾ ਇੱਕ ਮੌਲਵੀ ਨੂੰ, ਦਾੜੀ ਵਾਲਾ ਕਹਿ ਕੇ ਡਾਕਟਰ ਨੂੰ, ਸਟਾਫ ਦੇ ਕਿਸੇ ਮੈਂਬਰ ਨੂੰ, ਕਿਉਂਕਿ ਉਹਨਾਂ ਨੇ ਸ਼ਨਾਖਤੀ ਕਾਰਡ ਦੇ ਬਗੈਰ ਬੰਦੇ ਦਾ ਐਲਾਨ ਕਰਨ ਤੋਂ ਇਨਕਾਰ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ, ਜਿਹਦੀ ਵਜ੍ਹਾ ਤੋਂ ਬੰਦੇ ਦੀ ਡੈਥ ਹੋ ਗਈ। ਔਰ ਜ਼ਾਹਿਰ ਹੋ ਗੁੱਸੇ 'ਚ ਜਿਹੜੀ ਫੈਮਿਲੀ ਹੈ ਉਹਨਾਂ ਇhtਜਾਜ ਵੀ ਕੀਤਾ ਔਰ ਗਾਲਮ ਗਲੋਚ ਵੀ। ਅੱਛਾ, ਦੂਸਰੀ ਖਬਰ ਅੱਜ ਦੇ ਅਖਬਾਰ ਤੇ ਯੂਨੀਸੈਫ ਨੇ ਪਾਕਿਸਤਾਨੀ ਗੌਰਮੈਂਟ ਦੇ ਨਾਲ ਮਿਲ ਕੇ ਸਰਵੇ ਕੀਤਾ ਹੈ ਤੇ ਜਿਹੜੀ ਉਹਦੀ ਸਰਵੇ ਰਿਪੋਰਟ ਹੈ ਉਹਦੇ ਮੁਤਾਬਕ ਹੈ ਕਿ 40% ਬੱਚਿਆਂ ਦਾ ਪਾਕਿਸਤਾਨ 'ਚ ਵਜ਼ਨ ਪੂਰਾ ਨਹੀਂ। ਅੱਛਾ, ਗੌਰਮੈਂਟ ਉਹਦੇ ਤੇ ਕਹਿੰਦੀ ਹੈ ਜੀ ਅੱਛਾ ਅਸੀਂ ਹੁਣ ਮਿਲ ਕੇ ਕੋਈ ਪਾਲਿਸੀ ਬਣਾਵਾਂਗੇ ਵੀ ਇਹ ਵਜ਼ਨ ਕਿਉਂ ਘੱਟ ਹੈ 40% ਬੱਚਿਆਂ ਦਾ। ਬੜੀ ਸਾਦਾ ਜੀ ਗੱਲ ਹੈ ਕਿ ਇਹ ਉਹ ਬੱਚੇ ਨੇ ਜਿਨ੍ਹਾਂ ਦੇ ਵਾਲਦੈਨ ਨੂੰ, ਮਿਹਨਤ ਕਸ਼ਾਂ ਦੇ ਮਜ਼ਦੂਰਾਂ ਦੇ, ਕਿਸਾਨਾਂ ਦੇ ਬੱਚੇ ਨੇ, ਜਿਨ੍ਹਾਂ ਦੇ ਵਾਲਦੈਨ ਨੂੰ ਉਹਨਾਂ ਦੀ ਮਿਹਨਤ ਦੀ ਪੂਰੀ ਉਜਰਤ ਨਹੀਂ ਮਿਲੀ ਔਰ ਗੁਰਬਤ ਦੀ ਵਜ੍ਹਾ ਤੋਂ ਉਹ ਇਹਨਾਂ ਬੱਚਿਆਂ ਨੂੰ ਪੂਰੀ ਖੁਰਾਕ, ਦੁੱਧ, ਘਿਓ ਔਰ ਗੋਸ਼ਤ ਨਹੀਂ ਖਿਲਾ, ਫਰੂਟ ਨਹੀਂ ਖਿਲਾ ਸਕੇ। ਸਿੱਧੀ ਜੀ ਗੱਲ ਹੈ। ਜਿੰਨੀ ਦੇਰ ਇੱਥੇ ਗਰੀਬ ਲੋਕਾਂ ਦੀ ਗੁਰਬਤ 'ਚ ਤਖਫੀਫ ਨਹੀਂ ਹੁੰਦੀ, ਕਮੀ ਨਹੀਂ ਹੁੰਦੀ, ਉਜਰਤਾਂ 'ਚ ਇਜ਼ਾਫਾ ਨਹੀਂ ਹੁੰਦਾ, ਰੋਜ਼ਗਾਰ ਨਹੀਂ ਮਿਲਦਾ, ਇਸ ਵੱਧਦੀ ਹੋਈ ਤਬਕਾਤੀ ਤਫਰੀਕ ਦਾ ਕੋਈ ਖਲੀਜ ਪਾਟਦੀ ਨਹੀਂ ਹੈ, ਕੋਈ ਖਾਤਮਾ ਨਹੀਂ ਇਹਦਾ ਹੁੰਦਾ, ਉਨੀ ਦੇਰ ਤੱਕ ਕਿਵੇਂ ਉਹਨਾਂ ਬੱਚਿਆਂ ਦਾ ਵਜ਼ਨ ਪੂਰਾ ਹੋ ਸਕਦਾ। ਕੋਈ ਪਾਲਿਸੀ ਕਾਰਗਰ ਜਾਂ ਕਾਮਯਾਬ ਨਹੀਂ ਹੋ ਸਕਦੀ ਜਿੰਨੀ ਦੇਰ ਇਹ ਤਬਕਾਤੀ ਨਿਜ਼ਾਮ ਮੌਜੂਦ ਹੈ ਔਰ ਜਿੰਨੀ ਦੇਰ ਮਿਹਨਤ ਕਸ਼ਾਂ ਦੀ ਘੱਟ ਉਜਰਤ ਜਿਹੜੀ ਹੈ ਉਹ ਦੇ ਕੇ ਤੇ ਉਹਨਾਂ ਤੋਂ ਜ਼ਿਆਦਾ ਕੰਮ ਲਿਆ ਜਾਏਗਾ, ਜਾਂ ਜਿੰਨੀ ਦੇਰ ਟੈਕਸਸ ਦੀ ਇੰਨੀ ਭਰਮਾਰ ਹੋਏਗੀ ਕਿ ਜਿਹੜੇ ਲੋਕਾਂ ਦੀ ਮਹਾਨਾ ਆਮਦਨੀ 'ਚੋਂ ਇੱਕ ਜ਼ਿਆਦਾ ਹਿੱਸਾ ਉਹ ਹੁਕਮਰਾਨ ਅਸ਼ਰਾਫੀਆ ਦੇ ਲੱਲੇ ਤਰਲਿਆਂ ਵਾਸਤੇ ਇਕੱਠਾ ਕਰ ਲਿਆ ਜਾਂਦਾ ਹੈ। ਅੱਛਾ, ਇੱਕ ਤੀਸਰੀ ਖਬਰ ਅੱਜ ਦੀ ਵੀ ਹੈ, ਅਹਿਮ ਖਬਰ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ, ਔਰ ਉਹ ਇਹ ਵੇ ਕਿ ਸਰਕਾਰ ਦੇ ਰਹੀ ਹੈ 1 ਲੱਖ ਰੁਪਇਆ ਹਰ ਬੱਸ ਨੂੰ ਸਬਸਿਡੀ ਦੇ ਤੌਰ ਤੇ ਫੈਸਲਾ ਕੀਤਾ, ਬਲਕਿ ਦੇਣੇ ਸ਼ੁਰੂ ਹੋ ਗਏ ਨੇ, ਔਰ 40,000 ਰੁਪਇਆ ਹਰ ਵੈਗਨ ਨੂੰ ਔਰ ਹਰ ਰਜਿਸਟਰਡ ਵੈਗਨ ਔਰ ਬੱਸ ਨੂੰ। ਇਸੇ ਤਰ੍ਹਾਂ ਹੀ ਕੇਪੀ ਗੌਰਮੈਂਟ ਨੇ ਚਿੰਗਚੀ ਔਰ ਆਟੋ ਰਿਕਸ਼ਾ ਨੂੰ 2,000 ਰੁਪਇਆ ਦੇਣ ਦਾ ਐਲਾਨ ਕੀਤਾ। ਸਿੰਧ ਹਕੂਮਤ ਵੀ ਪਲੈਨਿੰਗ ਕਰ ਰਹੀ ਹੈ ਕਿ ਉਹ ਸਕੂਲ ਜਾਣ ਲੈ ਕੇ ਬੱਚੇ ਲੈ ਕੇ ਜਾਣ ਵਾਲੀਆਂ ਵੈਗਨ ਔਰ ਬੱਸਾਂ ਨੂੰ ਔਰ ਟਰਾਂਸਪੋਰਟਰਸ ਨੂੰ ਸਬਸਿਡੀ ਦੇਣਗੇ। ਤੋ ਕਿਆ ਇਹਦੇ ਤੇ ਵੀ ਗੌਰ ਕਰਨ ਦੀ ਲੋੜ ਹੈ ਕਿ ਕਿਆ ਇਹ ਪਾਲਿਸੀ ਦਰੁਸਤ ਹੈ। ਦੋਸਤੋ, ਤੁਸੀਂ ਜਾਣਦੇ ਹੋ ਕਿ ਪੈਟਰੋਲ ਔਰ ਡੀਜ਼ਲ ਦੀਆਂ ਬੇਤਾਸ਼ਾ ਕੀਮਤਾਂ 'ਚ ਇਜ਼ਾਫੇ ਨੇ ਲੋਕਾਂ ਨੂੰ, ਟਰਾਂਸਪੋਰਟਰਸ ਨੂੰ ਆਗ ਬਗੋਲਾ ਕੀਤਾ ਔਰ ਉਹ ਇhtਜਾਜ ਵੱਲ ਜਾ ਰਹੇ ਸੀ। ਤੇ ਇਹ ਸਾਰੀ ਹਕੂਮਤਾਂ ਵਕਤੀ ਲੋਲੀਪੌਪ ਦੇ ਰਹੀਆਂ ਨੇ, ਵਕਤੀ ਰਿਲੀਫ ਦੇ ਰਹੀਆਂ ਨੇ ਤਾਂ ਕਿ ਟਰਾਂਸਪੋਰਟਰਸ ਮੁਤਹਿਦ ਹੋ ਕੇ ਕੋਈ ਹੜਤਾਲ ਵਗੈਰਾ ਵੱਲ ਨਾ ਜਾਣ, ਜਦੋਜਹਿਦ ਵੱਲ ਨਾ ਜਾ ਸਕਣ। ਇਹ ਹਕੂਮਤਾਂ ਅਕਸਰ ਕਰਦੀਆਂ ਨੇ। ਇਹਨਾਂ ਦੇ ਕੋਲ ਜ਼ਾਹਿਰ ਹੈ ਨਕਦੋ ਨਜ਼ਰ ਔਰ ਇਹਨਾਂ ਦੇ ਕੋਲ ਹਿਸਾਬ ਕਿਤਾਬ ਸਾਰੇ ਹੁੰਦੇ ਨੇ ਜਦੋਂ ਪਾਲਿਸੀ ਮੇਕਿੰਗ ਕਰਦੇ ਨੇ। ਤੇ ਇਹਦੇ ਮੁਤਾਬਕ ਵੀ ਇਹਨਾਂ ਨੇ ਸਾਰੇ ਸਰਵੇ ਰਿਪੋਰਟਸ ਔਰ ਦੀਗਰ ਇਨਫੋਰਮੇਸ਼ਨ ਦੇ ਜ਼ਰਾਏ ਉਹ ਸਾਰੇ ਤੋਂ ਜਾਇਜ਼ਾ ਲੈ ਕੇ ਤੇ ਫਿਰ ਮੁਖਤਲਿਫ ਪਾਲਿਸੀਆਂ ਬਣਾਉਂਦੇ ਨੇ, ਜਿਹਦੇ ਨਤੀਜੇ 'ਚ ਅਸਲ 'ਚ ਲੋਕਾਂ ਦੇ ਗੁੱਸੇ ਨੂੰ ਜ਼ਾਹਿਰ ਕਰਨਾ ਹੁੰਦਾ। ਤੋ ਇਹ ਜਿਹੜੀ ਸਬਸਿਡੀ ਵਕਤੀ ਤੌਰ 'ਤੇ ਦਿੱਤੀ ਜਾ ਰਹੀ ਹੈ ਇਹ ਇੱਕ ਕੋਈ ਸਹੀ ਅਮਲ ਨਹੀਂ ਹੈਗਾ। ਅਸਲ ਤਰੀਕਾ ਇਹ ਸੀ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਡਾਊਨ ਕੀਤਾ ਜਾਂਦਾ। ਹੁਣ ਤੁਸੀਂ ਬੱਸ ਟਰਾਂਸਪੋਰਟਰਸ ਨੂੰ ਤਾਂ ਦੇ ਰਹੇ ਹੋ ਤੇ ਜਿਹੜੇ ਕਰੋੜਾਂ ਮੋਟਰਸਾਈਕਲ ਚਲਾਉਣ ਵਾਲੇ ਨੇ, ਰਿਕਸ਼ਾ ਪੰਜਾਬ ਦੀ ਅਗਰ ਗੱਲ ਕਰੀਏ, ਰਿਕਸ਼ਾ ਚਲਾਉਣ ਵਾਲੇ ਨੇ, ਉਹਨਾਂ ਨੂੰ ਸਬਸਿਡੀ ਜਾਂ ਉਹਨਾਂ ਨੂੰ ਇਹ ਸਹੂਲਤ ਜਿਹੜੀ ਹੈ ਰਿਆਇਤੀ ਕੀਮਤ 'ਤੇ ਕਦੋਂ ਪੈਟਰੋਲ ਮਿਲੇਗਾ। ਜਿਵੇਂ ਇੱਥੇ ਗੌਰਮੈਂਟ ਐਲਾਨ ਵੀ ਕੀਤਾ ਤੇ ਫਿਰ ਉਹਦੇ 'ਚ ਇੰਨੀਆਂ ਪੇਚੀਦਗੀਆਂ ਹੁੰਦੀਆਂ ਨੇ ਕਿ ਜੀ ਸ਼ਨਾਖਤੀ ਕਾਰਡ ਹੋਏਗਾ, ਫਲਾਣਾ ਸਰਟੀਫਿਕੇਟ ਹੋਏਗਾ, ਫਲਾਣੇ ਡਾਕੂਮੈਂਟਸ ਮੁਕੰਮਲ ਹੋਣਗੇ, ਇਹ ਵੀ ਸ਼ਰਤ ਉਹ ਵੀ ਸ਼ਰਤ ਕਰ ਕਰਾ ਕੇ ਕਮ ਅਜ਼ ਕਮ ਜਿਹੜੀ ਮੋਟਰਸਾਈਕਲ ਔਰ ਪੈਟਰੋਲ 'ਤੇ ਪਾਲਿਸੀ ਆਈ ਸੀ ਉਹ ਤਾਂ ਇਹੀ ਸੀ
ਕਿ ਨਾ ਹੀ ਸਮਝੋ ਦਰਅਸਲ ਤੁਸੀਂ। ਜੋ ਅਸਲ ਸਿੱਧਾ ਸਿੱਧਾ ਤਾਂ ਇਹ ਵੇ ਕਿ ਪੈਟਰੋਲ ਦੀ ਡੀਜ਼ਲ ਦੀਆਂ ਕੀਮਤਾਂ ਨੂੰ ਡਾਊਨ ਕਰਨ ਦੀ ਡਿਮਾਂਡ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਮਸਲਾ ਸਿਰਫ ਟਰਾਂਸਪੋਰਟੇਸ਼ਨ ਦਾ ਵੀ ਨਹੀਂ ਹੈਗਾ। ਮਸਲਾ ਇਹ ਵੇ ਕਿ ਪੈਟਰੋਲ ਦੀਆਂ ਹਾਈ ਔਰ ਡੀਜ਼ਲ ਦੀਆਂ ਹਾਈ ਕੀਮਤਾਂ ਦੇ ਨਾਲ ਜਿਹੜੀ ਜ਼ਰਾਅਤ ਹੈ, ਜਿਹੜੇ ਕਿਸਾਨ ਨੇ ਔਰ ਜਿਹੜੇ ਕਾਰਖਾਨੇ ਨੇ, ਉਹਨਾਂ ਦੇ ਅੰਦਰ ਜਿਹੜੀ ਪੈਦਾਵਾਰੀ ਲਾਗਤ ਵੱਧ ਜਾਂਦੀ ਹੈ, ਉਹਦੇ ਨਤੀਜੇ 'ਚ ਫਿਰ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਮਹਿੰਗੀਆਂ ਹੋ ਜਾਂਦੀਆਂ ਨੇ। ਤਾਂ ਓਵਰਆਲ ਮਹਿੰਗਾਈ ਨੂੰ ਘਟਾਉਣ ਦੀ ਲੋੜ ਹੈ, ਨਾ ਕਿ ਤੁਸੀਂ ਇੱਕ ਇੱਕ ਸ਼ੋਬੇ ਨੂੰ ਲੈ ਕੇ ਤੇ ਅਲੱਗ-ਅਲੱਗ ਉਹਨਾਂ ਦੇ ਮੂੰਹ ਊਂਟ ਦੇ ਮੂੰਹ 'ਚ ਜ਼ੀਰਾ ਪਾਈ ਜਾਓ ਤੇ ਉਹਨੂੰ ਕਹੋ ਕਿ ਮਸਲੇ ਹੱਲ ਹੋ ਜਾਣਗੇ। ਇੰਜ ਮਸਲੇ ਹੱਲ ਨਹੀਂ ਹੋਣੇ। ਸਾਨੂੰ ਮਿਹਨਤਕਸ਼ ਤਬਕੇ ਨੂੰ ਵੀ ਹੁਕੂਮਤ ਦੀਆਂ ਇਹਨਾਂ ਪਾਲਿਸੀਆਂ ਤੇ ਗੌਰ ਗਵੇੜ ਕਰਦੇ ਰਹਿਣਾ ਚਾਹੀਦਾ ਹੈ। ਗੌਰ ਕਰਨ ਦੀ ਲੋੜ ਹੁੰਦੀ ਹੈ ਸਾਨੂੰ ਵੀ ਕਿ ਵੀ ਇਹ ਕਿਉਂ ਸਾਰਾ ਕੁਝ ਚੱਲ ਰਿਹਾ ਔਰ ਕਿੰਨੀ ਦੇਰ ਤੱਕ ਇਹ ਸਾਰਾ ਕੁਝ ਚੱਲਦਾ ਰਹੇਗਾ। ਜਦ ਤੱਕ ਮਿਹਨਤਕਸ਼ ਤਬਕਾ ਮੁਨਜ਼ਮ ਹੋ ਕੇ ਜਦੋਜਹਿਦ ਨਹੀਂ ਕਰਦਾ ਆਪਣੇ ਹਕੂਕ ਦੇ ਤਹਫੁਜ਼ ਲਈ, ਔਰ ਉਹਦੇ ਲਈ ਜ਼ਰੂਰੀ ਹੈ ਕਿ ਆਪਣੀ ਸਿਆਸਤ ਆਪ ਕਰੀਏ, ਆਪਣੀ ਕਿਆਦਤ ਆਪ ਕਰੀਏ, ਹੁਕਮਰਾਨਾਂ ਤੋਂ ਸਵਾਲ ਕਰੀਏ ਕਿ ਇਹਨਾਂ ਦੇ ਸਪੈਸ਼ਲ ਅਲਾਉਂਸੇਸ ਕਿਉਂ ਨੇ, ਇਹਨਾਂ ਕੋਲ ਕਰਜ਼ਿਆਂ ਦੀ ਮਾਫੀ ਦੀਆਂ ਸਹੂਲਤਾਂ ਕਿਉਂ ਨੇ, ਇਹਨਾਂ ਕੋਲ ਖਜ਼ਾਨੇ ਚੋਂ 2700 ਅਰਬ, ਜਿਸ ਤਰ੍ਹਾਂ ਡਾਕਟਰ ਅਮਾਰ ਪਰਸੋਂ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸ ਰਿਹਾ ਕਿ ਸੀ ਕਿ 2700 ਅਰਬ ਰੁਪਏ ਦੀ ਜਿਹੜੀ ਇਹ ਸਬਸਿਡੀ ਸਾਡੀ ਹੁਕਮਰਾਨ ਅਸ਼ਰਾਫੀਆ ਖਾ ਜਾਂਦੀ ਹੈ, ਲੁੱਟਦੀ ਹੈ, ਉਹ ਜਿੰਨੀ ਦੇਰ ਨਹੀਂ ਰੁਕਦੀ, ਉਹਦੇ ਖਿਲਾਫ ਜਿੰਨੀ ਦੇਰ ਜਦੋਜਹਿਦ ਨਹੀਂ ਹੁੰਦੀ, ਉਨੀ ਦੇਰ ਇਹ ਮਸਲੇ ਮਸਾਇਲ ਜਾਰੀ ਰਹਿਣਗੇ। ਤੇ ਆਓ ਮਜ਼ਦੂਰ ਕਿਸਾਨ ਪਾਰਟੀ ਜਿਹੜੀ ਮਜ਼ਦੂਰਾਂ ਕਿਸਾਨਾਂ ਦੇ ਨਜਾਤ ਦੇ ਪ੍ਰੋਗਰਾਮ ਦੇ ਉੱਤੇ ਇਸ਼ਤਰਾਕੀਅਤ ਲਈ, ਇਸ਼ਤਰਾਕੀ ਨਿਜ਼ਾਮ ਲਈ, ਸੋਸ਼ਲਿਜ਼ਮ ਲਈ, ਜਿਹੜਾ ਕਿ ਇੱਕ ਜ਼ਰਾਏ ਪੈਦਾਵਾਰ ਦੀ ਐਸੀ ਮੁਸ਼ਤਰਕਾ ਮਲਕੀਅਤ ਚਾਹੁੰਦਾ ਹੈ ਕਿ ਜ਼ਰਾਏ ਪੈਦਾਵਾਰ ਰਿਆਸਤ ਦੀ ਮਲਕੀਅਤ 'ਚ ਹੋਣ ਤੇ ਲੋਕ ਉਹਦੇ ਤੇ ਕੰਮ ਕਰਨ ਔਰ ਆਪਣੇ ਕੰਮ ਦੇ ਮੁਤਾਬਕ ਮੁਆਵਜ਼ਾ ਪਾਣ। ਤੇ ਅਮੀਰ ਗਰੀਬ ਦਾ ਜਿਹੜਾ ਬਹੁਤ ਬੜਾ ਫਰਕ ਹੈ, ਇਹ ਜਿਹੜਾ ਮਾਲਕ ਤੇ ਮਜ਼ਦੂਰ ਦਾ ਫਰਕ ਹੈ, ਜਿਹੜਾ ਜਾਬਰ ਤੇ ਮਜਬੂਰ ਦਾ ਫਰਕ ਹੈ, ਇਹ ਹਾਕਮ ਤੇ ਮਹਿਕੂਮ ਦਾ ਫਰਕ ਹੈ, ਇਹ ਮੁੱਕਣਾ ਚਾਹੀਦਾ ਹੈ, ਇਹ ਘਟਣਾ ਚਾਹੀਦਾ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।